ਵਾਹਿਗੁਰੂ ਸਾਹਿਬ ਜੀਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत एही। जो हमरी विद होती मेरे सतगुरा, सा विद तुम हर जानो आपे। हम रुते फिरते कोई बात न पूछता, गुर सतगुर संग कीरे हम थापे। धन धन गुरु नानक जिन केरा, जित मिलै चुकै सब सोग संतापे। सतनाम श्री वाहिगुरु जी। पैरो महला पंजवा। रोग कवन जा राखै तिस जान होए ना, दुख संताप। जिस ऊपर प्रभ कृपा करै, तिस ऊपर ते काल पर हरै। रोग कवन जा राखै आप, तिस जन होए ना, दुख संताप। जिस ऊपर प्रभ कृपा करै, तिस ऊपर ते काल पर हरै। वाहिगुरु जी का खालसा, वाहिगुरु जी की फतेह। परम सन्मानयोग जुग जुग अटल तख्त चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर मेरी पीरी दे मालिक सतगुरु श्री गुरु हरगोबिंद साहिब महाराज जी के पावन पवित्र अस्थान
ਗੁਰਦੁਆਰਾ ਸ਼੍ਰੀ ਬੌਲੀ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਆਪ ਸੰਗਤ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕਰਕੇ ਜੀਵਨ ਸਫਲਾ ਕਰ ਰਹੇ ਹੋ। ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਆਪ ਜੀ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਬਚਨ ਭੈਰੋ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 1146 ਤੋਂ ਆਰੰਭ ਹੋ ਕੇ 1147 ਅੰਗ ਤੇ ਅੱਜ ਦੇ ਇਹਨਾਂ ਪਾਵਨ ਬਚਨਾਂ ਦੀ ਸੰਪੂਰਨਤਾ ਹੈ। ਆਰੰਭਲੀਆਂ ਪੰਕਤੀਆਂ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਮਤਿ ਵਿਚਾਰਾਂ ਦੀ ਸਾਂਝ ਕਰੀਏ। ਆਪ ਸੰਗਤ ਅਸੀਸ ਬਖਸ਼ੋ, ਮਨ ਬਿਰਤੀਆਂ ਕਰੋ ਇਕਾਗਰ ਆਓ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ। ਅਦਬ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਰੋ ਜੀ ਕਿਰਪਾ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਪੰਜਵਾ। ਰੋਗ ਕਵਨ ਜਾਂ ਰੱਖੈ ਆਪ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਬਚਨ ਭੈਰੋ ਰਾਗ ਦੇ ਵਿੱਚ ਬਖਸ਼ਿਸ਼ ਕੀਤੇ ਆ ਤੇ ਸਤਿਗੁਰ ਮਹਾਰਾਜ ਜੀ ਕਹਿੰਦੇ ਨੇ ਕਿ ਦੱਸੋ ਫਿਰ ਰੋਗ ਕਿੱਥੇ ਰਹੇਗਾ ਜੇ ਰੱਖਣ ਵਾਲਾ ਆਪ ਹੋਵੇ। ਜਦੋਂ ਅਸੀਂ ਹਿੰਦੁਸਤਾਨ ਦੇ ਜਗਤ ਦੇ ਵਿੱਚ ਰਿਸ਼ੀਆਂ ਮੁਨੀਆਂ ਨੂੰ ਪੜ੍ਹਦੇ ਹਾਂ ਤੇ ਜੋ ਉਹਨਾਂ ਨੇ ਖੋਜ ਕੀਤੀ ਹੈ ਉਸ ਦੇ ਅਨੁਸਾਰ ਉਹ ਆਖਦੇ ਨੇ ਕਿ ਸਰੀਰ ਦੇ ਵਿੱਚ ਰੋਗ ਜਦੋਂ ਪੈਦਾ ਹੁੰਦੇ ਨੇ ਤੇ ਤਿੰਨ ਉਹਨਾਂ ਨੇ ਮੂਲ ਕਾਰਨ ਦੱਸੇ ਨੇ। ਉਹ ਕਹਿੰਦੇ ਨੇ ਸਰੀਰ ਦਾ ਇੱਕ ਬੈਲੈਂਸ ਹੁੰਦਾ ਹੈ। ਸਰੀਰ ਦੇ ਵਿੱਚ ਪਿੱਤ, ਕਫ ਤੇ ਵਾਯੂ, ਇਹ ਜਿਹੜੇ ਨੇ ਤਿੰਨ ਕਾਰਨ ਨੇ ਜਿਨ੍ਹਾਂ ਕਰਕੇ ਸਰੀਰ ਦੇ ਵਿੱਚ ਰੋਗ ਪੈਦਾ ਹੁੰਦੇ ਨੇ। ਰੋਗ ਪਿੱਤ ਦਾ ਹੋ ਸਕਦਾ ਹੈ, ਗਰਮੀ ਦਾ ਰੋਗ, ਕਫ ਦਾ ਹੋ ਸਕਦਾ ਹੈ, ਸਰਦੀ ਦੇ ਰੋਗ ਵਾਯੂ ਦਾ ਹੋ ਸਕਦਾ ਹੈ, ਵਾਤ ਰੋਗ ਜਿਨ੍ਹਾਂ ਨੂੰ ਆਖ ਦਿੰਦੇ ਆ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਰੋਗਾਂ ਦੀ ਜਦੋਂ ਗੱਲ ਕਰਦੇ ਨੇ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਆਦ ਵਿਆਦ ਉਪਾਦ ਰਸ ਕਬਹੂ ਨਾ ਟੁੱਟੇ ਤਾਪ। ਤਿੰਨ ਤਰ੍ਹਾਂ ਦੇ ਰੋਗ ਕਹਿੰਦੇ ਨੇ, ਆਦਿ, ਵਿਆਦੀ ਤੇ ਉਪਾਦੀ। ਫਿਰ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਰੋਗ ਉਦੋਂ ਲੱਗਦੇ ਨੇ ਕਿ ਜਦੋਂ ਰੱਬ ਭੁੱਲ ਜਾਂਦਾ ਹੈ। ਰੱਬ ਭੁੱਲਿਆ, ਸਤਿਗੁਰੂ ਮਹਾਰਾਜ ਕਹਿੰਦੇ ਨੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਨੇ, ਦੁੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਕਈ ਵਾਰੀ ਵਿਦਵਾਨ ਇਹ ਗੱਲ ਵੀ ਆਖਦੇ ਆ ਕਿ ਮਨ ਦੇ ਵਿੱਚ ਕੋਈ ਵਿਕਾਰ ਪੈਦਾ ਹੁੰਦਾ ਹੈ, ਮਨ ਦੇ ਵਿੱਚ ਬਹੁਤਾਤ ਹੁੰਦੀ ਹੈ ਵਿਕਾਰਾਂ ਦੀ, ਤੇ ਉਸ ਵੇਲੇ ਉਹ ਵਿਕਾਰ ਜਿਹੜੇ ਨੇ ਫਿਰ ਜਦੋਂ ਤਨ ਕਿਰਿਆ ਦੇ ਵਿੱਚ ਆਉਂਦਾ ਹੈ ਤੇ ਉਹ ਰੋਗ ਨੂੰ ਜਨਮ ਦੇ ਦਿੰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਰੋਗ ਨਹੀਂ ਰਹਿੰਦਾ ਜਿਹਨੂੰ ਆਪ ਫਿਰ ਪਰਮਾਤਮਾ ਰੱਖ ਲਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰੋਗ ਹੋਵੇਗਾ ਤੇ ਰੋਗ ਤੋਂ ਦੁੱਖ ਪੈਦਾ ਹੁੰਦਾ ਹੈ, ਕੋਈ ਵੀ ਰੋਗ ਲੱਗ ਜਾਂਦਾ ਹੈ। ਮਨ ਦੇ ਰੋਗ ਸਤਿਗੁਰੂ ਮਹਾਰਾਜ ਨੇ ਕਿਹਾ ਕਿ ਮਨ ਦੇ 5 ਰੋਗ ਨੇ, 5 ਤਰ੍ਹਾਂ ਦੇ ਰੋਗ ਲੱਗਦੇ ਨੇ ਮਨ ਨੂੰ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ। ਤਨ ਦੇ ਰੋਗ 5 ਨਹੀਂ ਆ, ਤਨ ਦੇ ਰੋਗ ਅਨੇਕਾਂ ਨੇ, ਔਰ ਅਨੇਕਾਂ ਰੋਗ ਤਨ ਦੇ ਵਿੱਚ ਲੱਗਦੇ ਪਏ ਨੇ। ਇਨਸਾਨਾਂ ਦੇ ਤਨ ਦੇ ਵਿੱਚ ਪਹੁੰਚੇ
ਤੇ ਉਹਦੇ ਕਰਕੇ ਇਨਸਾਨ ਨੂੰ ਦੁਖੀ ਹੋਣਾ ਪੈਂਦਾ। ਸਤਿਗੁਰ ਮਹਾਰਾਜ ਕਹਿੰਦੇ ਨੇ ਜਿਹੜੇ ਪਰਮਾਤਮਾ ਜਿਨ੍ਹਾਂ ਨੂੰ ਰੱਖ ਲੈਂਦਾ ਹੈ ਨਾ, ਉਹਨਾਂ ਨੂੰ ਫਿਰ ਰੋਗ ਵਿਆਪਦਾ ਨਹੀਂ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰੋਗ ਨਹੀਂ ਹੁੰਦੇ। ਸਤਿਗੁਰ ਮਹਾਰਾਜ ਕਹਿੰਦੇ ਨੇ ਹਉਮੈ ਸਭ ਤੋਂ ਵੱਡਾ ਰੋਗ ਮੰਨਿਆ ਜਾਂਦਾ, ਹਉਮੈ ਦਾ ਰੋਗ ਵੀ ਨਹੀਂ ਰਹਿੰਦਾ। ਰੋਗ ਕਵਨ, ਕੋਈ ਵੀ ਕਿਸੇ ਕਿਸਮ ਦਾ ਵੀ ਫਿਰ ਰੋਗ ਨਹੀਂ ਹੈ। ਜਾਂ ਰੱਖ ਹੈ ਆਪ, ਇੱਥੇ ਆਪ ਦੇ ਅਰਥ ਨੇ ਕਿ ਅਕਾਲ ਪੁਰਖ ਵਾਹਿਗੁਰੂ। ਤਿਸ ਜਨ ਹੋਏ ਨਾ ਦੁਖ ਸੰਤਾਪ, ਤਿਸ ਜਨ, ਹੁਣ ਜਨ ਦੇ ਅਰਥ ਵੈਸੇ ਸੇਵਕ ਨੇ, ਤੇ ਮਹਾਰਾਜ ਕਹਿੰਦੇ ਨੇ ਜਿਹੜਾ ਜਾਨ ਬਣ ਜਾਂਦਾ ਹੈ ਨਾ, ਸੇਵਕ ਬਣ ਜਾਂਦਾ ਹੈ, ਜਿਹੜਾ ਆਪਾ ਭਾਵ ਸਮਰਪਣ ਕਰ ਦਿੰਦਾ ਹੈ ਨਾ। ਸਤਿਗੁਰ ਮਹਾਰਾਜ ਕਹਿੰਦੇ ਨੇ ਫਿਰ ਇਹਨਾਂ ਰੋਗਾਂ ਦੇ ਕਰਕੇ ਜਿਹੜਾ ਦੁੱਖ ਪੈਦਾ ਹੁੰਦਾ ਹੈ, ਸੰਤਾਪ ਪੈਦਾ ਹੁੰਦਾ ਹੈ, ਤਾਪ ਪੈਦਾ ਹੁੰਦਾ ਹੈ, ਜਿਹੜੀ ਅੰਦਰ ਅੱਗ ਪੈਦਾ ਹੁੰਦੀ, ਮਹਾਰਾਜ ਕਹਿੰਦੇ ਨੇ ਉਹ ਸਾੜਦੀ ਨਹੀਂ ਆ। ਤਿਸ ਜਨ ਹੋਏ ਨਾ, ਉਸ ਜਨ ਨੂੰ ਫਿਰ ਇਹ ਕੀ ਨਹੀਂ ਮਿਲਦਾ, ਦੁੱਖ ਸੰਤਾਪ, ਨਾ ਦੁੱਖ ਨਾ ਸੰਤਾਪ ਉਹਦੇ ਕੋਲ ਨਹੀਂ ਹੁੰਦਾ। ਸਤਿਗੁਰ ਮਹਾਰਾਜ ਕਹਿੰਦੇ ਨੇ ਜਿਸ ਉੱਪਰ ਪ੍ਰਭ ਕਿਰਪਾ ਕਰੈ, ਜਿਸ ਉੱਪਰ ਜਿਹਦੇ ਉੱਤੇ ਮਹਾਰਾਜ ਕਿਰਪਾ ਕਰ ਦਿੰਦੇ ਆ, ਸਤਿਗੁਰ ਕਹਿੰਦੇ ਨੇ ਤਿਸ ਉੱਪਰ ਤੇ ਕਾਲ ਪਰ ਹਰੈ। ਕਹਿੰਦੇ ਨੇ ਕਾਲ ਜਿਹੜਾ ਹੈ ਨਾ ਉਹ ਸਾਰਿਆਂ ਦੇ ਸਿਰ ਦੇ ਉੱਪਰ ਹੈ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਬਚਨ ਕਰਦੇ ਨੇ, ਸਤਿਗੁਰ ਮਹਾਰਾਜ ਕਹਿੰਦੇ ਨੇ ਕਾਲ ਬਿਆਲ ਜੋ ਭਰਿਓ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ। ਕਿ ਕਾਲ ਦਾ ਜਿਹੜਾ ਸੱਪ ਹੈ, ਕਾਲ ਰੂਪੀ ਸੱਪ ਜਿਹੜਾ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਬਿਲਕੁਲ ਐਵੇਂ ਗਲ ਦੇ ਵਿੱਚ ਇੱਦਾਂ ਵਲ ਪਾ ਕੇ ਬੈਠਾ ਹੋਇਆ, ਮੂੰਹ ਖੋਲ ਕੇ ਬੈਠਾ ਹੋਇਆ, ਮੁਖ ਪਸਾਰੇ, ਤੇਰੇ ਮੂੰਹ ਵੱਲੇ ਵੇਂਦਾ ਪਿਆ ਹੈ, ਆਪਣਾ ਉਹਨੇ ਮੁਖ ਖੋਲਿਆ ਹੋਇਆ, ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ। ਕਹਿੰਦੇ ਨੇ ਬਹੁਤੀ ਦੇਰ ਨਹੀਂ, ਕਿਸੇ ਦਾ ਸਮਾਂ ਅੱਜ ਆ ਜਾਂਦਾ, ਕਿਸੇ ਦਾ ਕੱਲ੍ਹ ਨੂੰ ਆ ਜਾਣਾ। ਤੇ ਕਹਿੰਦੇ ਇਹ ਜਿਹੜਾ ਕਾਲ ਹੈ ਨਾ, ਇਹਨੇ ਗਰਸ ਲੈਣਾ। ਗਰਸ ਲੈਣ ਤੋਂ ਭਾਵ ਹੈ ਕਿ ਬੁਰਕੀ ਇੱਕੋ ਹੀ ਕਰਨੀ, ਜ਼ਿਆਦਾ ਨਹੀਂ ਕਰਨਾ, ਜ਼ਿਆਦਾ ਸਮਾਂ ਨਹੀਂ ਲਾਏਗਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਕਿ ਜਿਸ ਦੇ ਉੱਤੇ ਤੂੰ ਕਿਰਪਾ ਕਰ ਦਿੰਦਾ ਹੈ, ਤਿਸ ਉੱਪਰ ਤੇ ਕਾਲ ਪਰ ਹਰੇ ਹੈ। ਕਾਲ ਸਾਰਿਆਂ ਦੇ ਉੱਪਰ ਹੀ ਆ, ਇਹ ਨਹੀਂ ਕਿ ਕਿਸੇ ਦੇ ਉੱਪਰ ਨਹੀਂ ਹੈ। ਪਰ ਮਹਾਰਾਜ ਕਹਿੰਦੇ ਨੇ ਕਿ ਜਿੰਦੇ ਤੇ ਤੂੰ ਕਿਰਪਾ ਆਪ ਕਰਦਾ ਹੈ ਨਾ, ਉਹਦੇ ਸਿਰ ਤੋਂ ਕਾਲ ਪਰੇ ਹੋ ਜਾਂਦਾ ਹੈ। ਪਰ ਹਰੈ, ਪਰੇ ਕਰ ਦੇਣਾ ਹੈ ਉਹਨੂੰ। ਕਾਲ ਨਹੀਂ, ਉਹਨੂੰ ਦੂਤ ਨਹੀਂ ਲੈਣ ਵਾਸਤੇ ਹੁੰਦੇ। ਮੌਤ ਰੂਪੀ ਡਰ, ਕਾਲ ਵੈਸੇ ਨਾਮ ਸਮੇਂ ਦਾ ਵੀ ਹੈ ਤੇ ਕਾਲ ਨਾਮ ਮੌਤ ਦਾ ਵੀ ਹੈ। ਮੌਤ ਦਾ ਡਰ ਉਹਦੇ ਸਿਰ ਤੋਂ ਪਰੇ ਹੋ ਜਾਂਦਾ ਹੈ। ਸਦਾ ਸਖਾਈ ਹਰ ਹਰ ਨਾਮ, ਸਖਾਈ ਹਰ ਥਾਂ ਤੇ ਜਿਹੜਾ ਸਹਾਇਤਾ ਕਰ ਸਕਦਾ ਹੋਵੇ। ਮਹਾਰਾਜ ਕਹਿੰਦੇ ਨੇ ਇੱਕ ਰੱਬ ਦਾ ਨਾਮ ਹੈ ਜਿਹੜਾ ਹਰ ਥਾਂ ਤੇ ਸਹਾਇਤਾ ਕਰਦਾ ਹੈ। ਐਸੋ ਸਹਾਈ ਹਰ ਕੋ ਨਾਮ। ਮਹਾਰਾਜ ਕਹਿੰਦੇ ਕਿਵੇਂ ਸਹਾਈ ਕਰਦਾ, ਕਹਿੰਦੇ ਜਿਵੇਂ ਬੂੜਤ ਕੋ ਜੈਸੇ ਬੇੜੀ ਮਿਲਤ, ਬੂਝਤ ਦੀਪਕ ਮਿਲਤ ਤਿਲਤ। ਕਹਿੰਦੇ ਰੱਬ ਦਾ ਨਾਮ ਇਵੇਂ ਆ ਜੀ ਕਿ ਜਿਵੇਂ ਬੰਦਾ ਡੁੱਬਦਾ ਪਿਆ ਹੋਵੇ ਤੇ ਡੁੱਬਦੇ ਨੂੰ ਬੇੜੀ ਮਿਲ ਜਾਣੀ ਹੋਵੇ, ਇਹ ਆ ਜੀ ਰੱਬ ਦਾ ਨਾਮ। ਸਹਾਰਾ ਇਵੇਂ ਬਣ ਜਾਂਦਾ, ਡੁੱਬਦੇ ਨੂੰ ਸਹਾਰਾ ਬਣਾ ਦਿੱਤਾ ਸਤਿਗੁਰੂ ਮਹਾਰਾਜ। ਬੂਝਤ ਦੀਪਕ ਮਿਲਤ ਤਿਲਤ, ਜਿਵੇਂ ਦੀਵਾ ਬੁਝਦਾ ਪਿਆ ਹੋਵੇ ਨਾ, ਤੇਲ ਸੁੱਕਦਾ ਪਿਆ ਹੈ ਤੇ ਸੁੱਕਦਾ ਹੋਇਆ ਤੇਲ ਦੀਵੇ ਨੂੰ ਬੁਝਾਉਂਦਾ ਪਿਆ ਹੈ। ਬੁਝਦੇ ਹੋਏ ਦੀਵੇ 'ਚ ਜਿਵੇਂ ਕੋਈ ਤੇਲ ਲਿਆ ਕੇ ਪਾ ਦੇ। ਕਹਿੰਦੇ ਨੇ ਜੈਸੋ ਆਂਡੋ ਹਿਰਦੇ ਮਾਹੇ, ਜੈਸੋ ਦਾਨੋ ਚੱਕੀ ਦਰਾਹੇ। ਕਹਿੰਦੇ ਇਹ ਨਾਮ ਇਵੇਂ ਦਾ ਹੈ ਕਿ ਜਿਵੇਂ ਚੱਕੀ ਦਾ ਦਰਾਹਾ, ਕਹਿੰਦੇ ਨੇ ਵਿਚਕਾਰਲਾ ਧੁਰਾ। ਪਹਿਲੋਂ ਹੱਥ ਨਾਲ ਚੱਕੀ ਜਦੋਂ ਪੀਸਦੇ, ਤੁਹਾਡੇ 'ਚ ਬਹੁਤਿਆਂ ਨੇ ਦੇਖੀਆਂ ਹੋਣਗੀਆਂ, ਤਾਂ ਜਿਹਦੇ ਵਿਚਕਾਰਲਾ ਕਿੱਲਾ ਕਹਿਣਾ ਜਿਹਨੂੰ ਦੁਰਾਹਾ, ਦਾਣੇ ਤਾਂ ਉਹਦੇ ਨਾਲ ਹੀ ਪਾਈਦੇ ਸੀ ਨਾ ਸਾਰੇ। ਤੇ ਮਹਾਰਾਜ ਪਾਤਸ਼ਾਹ ਕਹਿੰਦੇ ਨੇ
कि आ देखो जो दर लगे सो उभरे नानक अज वे डिठ। महाराज कहते ने दाने लियादे, सुआनी पीसन वास्ते बैठी तो दराहे दे विच उहदे मूँह दे विच दाने पाने शुरू किए तो चक्की नूं घुमाउणा शुरू कर दिता। जो चक्की पीस के हटी उन्होंने पुड़ उहदा चुक्या कि साफ भी कर देवां तो कुछ दाने जिहड़े सी वो साबित रह गए। क्यों साबित रहे? कहते ने जिहड़े दुराहे दे नाल लग गए, जिहड़े उहदे गले दे नाल लग गए, उहदी किल्ली दे नाल जुड़ गए, जिहड़े कहते ने वो नहीं पीसे गए, वो बच गए। सतगुरु महाराज पातशाह कहते ने ऐसे आ रब दा नाम जैसे रन में सखा भरात। रन कहते ने मैदान, जंग दा मैदान होवे ते जंग दे मैदान च दुश्मन घेर के खलोते होण, कोई हल ना दिसदा होवे, कोई बचा ना दिसदा होवे ते इन्ने नूं भरा आके कवे कि तू घबरावी ना, मैं तेरे नाल खलोता। ते उस जंग दे मैदान दे विचों जिउंदे बच जाना, भरा पहुँच गया, सखा पहुँच गया। सतगुरु महाराज कहते ने सदा सखाई हर हर नाम। नाम उत्थे भी सहायता करता है जिथे होर कोई भी साडा पहुँच नहीं कर सकता। जिस चीत आवे तिस सदा सुख होवै, निकट न आवै ताकै जाम। महाराज कहते जिस चीत आवे तो चित्ते आ गया, जिन्हों रब की याद आ गई, तिस सदा सुख होवै। हुण देखो महाराज असी कहते सुख किवें मिल सकते हैं जी। महाराज वेखो कितना सौखा ढंग दसिया। महाराज कहते ने जिस चीत आवे तिस सदा सुख होवै। चेते करने वाले नूं महाराज कहते दुख नहीं सदा सुख मिलता है। तो सतगुरु कहते ने निकट न आवै ताकै जाम। जमदूत उन्हां दे नेड़े नहीं जाते। गुरु अर्जन देव महाराज जी बख्शिश करते हैं। सतगुरु महाराज पातशाह जी कहते ने कि जह साधु गोबिंद भजन कीर्तन नानक नीत। जिथे नाम जपन वाला होवे, साधु होवे, जह साधु। दूसरा गोबिंद भजन, जिथे रब दा कोई भजन करते होवन। कीर्तन नानक नीत, ते जां जिथे रब दा कीर्तन होंदा पिया होवे, वडियाई होंदी पई होवे, कीर्ति करते हो, रब दे गुण गाउंदे हो। ना हो ना तू नह छुटे, निकट ना जाए हो दूत। कहते ने कि धर्मराज जमदूतां नूं ने कह छड्डिया, कहंदा उत्थे ना जाओ जिथे साधु होवे, जिथे रब दा नाम जपन वाला होवे, जिथे रब दी कीर्ति हुंदी होवे। कहंदे जी क्यों उत्थे क्यों नहीं जाना? जमदूत अगों पुछदे ने धर्मराज नूं जी क्यों नहीं जाना? कहंदे ने ना हो ना तू नह छुटे, ना तू उत्थों फिर छुटना है तो ना मैं छुड़ा सकदा। कहंदे ने आपां फस जाना है उत्थे जाके, ना तुहाडा छुटकारा मुड़ के होना है तो ना मैं तुहानूं छुड़ा सकदा। फिर महाराज ने इन्नी नाम की महिमा बख्शिश की है कि संगत दे विच परमात्मा की कीरत करदे जमा का भै खत्म होंदा है। सतगुरु महाराज पातशाह जी कहते ने कि जिहड़ा निकट ना आवे, निकट ना आवे ताके जाम। जाम तो भाव जमदूत उनके कोल नहीं आउंदे, रहाओ विश्राम दिंदे ने। जब एहो ना सो तब किन्हे उपाया। हुण कई नूं नसो भी पाठ कर देंदे, इकट्ठा कर देंदे ने। जब एह नसो, इत्थे हैगा वा जब एहो ना सो तब किन्हे उपाया। इहदे अर्थ है कि देखो असी दावे करते हैं ना महाराज दे अगे कि महाराज देखो लोकां नूं असी आखदे हैं कि आ साडा शरीर, साडा बल, साडी ताकत, मैं बड़ा काम कर लैना, मैं तो जो काम कर लगा मैं तो सारे नूं पिछे छड्ड देना, 10-10 बंदे मेरा मुकाबला नहीं कर सकते। सतगुरु महाराज पातशाह कहते ने हंकार करी जाना कि मेरे तो शरीरक ताकत बड़ी आ, मैं बड़ा कर लेना। सतगुरु कहते ने जब यह ना सो, जो ये नहीं सी, ये शरीर नहीं सी, ह्यूमन बॉडी नहीं सी, तब किन्हे उपाया।
ਦੇਖ ਪੈਦਾ ਵੀ ਤੂੰ ਆਪ ਨਹੀਂ ਨਾ ਕੀਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਦੱਸ ਤੈਨੂੰ ਪਤਾ ਹੈ ਤੈਨੂੰ ਕਿੰਨੇ ਪੈਦਾ ਕੀਤਾ? ਕਵਨ ਮੂਲ ਤੇ ਕਿਆ ਪ੍ਰਗਟਾਇਆ। ਤੇਰਾ ਮੂਲ ਕੀ ਸੀ? ਮੂਲ ਦਾ ਅਰਥ ਹੁੰਦਾ ਹੈ ਕਿ ਤੇਰੀ ਆਰੰਭਤਾ ਕਿੱਥੋਂ ਹੋਈ ਆ। ਹੁਣ ਦੇਖੋ ਆਤਮਾ ਦੀ ਆਰੰਭਤਾ ਜਿਹੜੀ ਆ ਉਹ ਪਰਮਾਤਮਾ ਤੋਂ ਹੋਈ ਆ, ਪਰਮਾਤਮਾ ਤੋਂ ਪੈਦਾ ਹੋਈ ਹੈ ਆਤਮਾ। ਤੇ ਸਰੀਰ ਜਿਹੜਾ ਹੈ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਸਰੀਰ ਤੂੰ ਆਪਣੇ ਆਪ ਨਹੀਂ ਪੈਦਾ ਕਰ ਸਕਿਆ। ਸਰੀਰ ਮਾਤਾ ਤੇ ਪਿਤਾ ਦੇ ਸੰਜੋਗ ਤੋਂ ਪੈਦਾ ਹੋਇਆ, ਜਿਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇ ਸਵਾਰ ਤਰੇ, ਜਿਹਨੂੰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਕਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਨਾ ਇਹ ਸਰੀਰ ਬਣਿਆ ਹੈ ਮਾਤਾ ਦੇ ਸੰਜੋਗ ਤੋਂ, ਪਿਤਾ ਦੇ ਸੰਜੋਗ ਤੋਂ ਬਣਿਆ। ਔਰ ਮਤ ਇਹ ਵੀ ਨਹੀਂ ਅਸੀਂ ਦਾਅਵਾ ਨਹੀਂ ਕਰ ਸਕਦੇ ਕਿ ਹਾਂ ਅਸੀਂ ਪੈਦਾ ਕਰਨ ਵਾਲੇ। ਹੁਣ ਦੇਖੋ ਲੋਕਾਂ ਦੇ ਪਰਿਵਾਰ ਤਰਸਦੇ ਆ ਨਾ ਕਿ ਔਲਾਦ ਹੋਵੇ, ਗ੍ਰਸਤ ਜੀਵਨ ਦੇ ਵਿੱਚ ਕਈਆਂ ਦੇ ਔਲਾਦ ਨਹੀਂ ਹੈਗੀ। ਜਿੰਨੀ ਦੇਰ ਤੱਕ ਮਾਲਕ ਦੀ ਕਿਰਪਾ ਨਹੀਂ ਨਾ ਹੁੰਦੀ ਉਨੀ ਦੇਰ ਤੱਕ ਤਾਂ ਸਰੀਰ ਮਨੁੱਖਾ ਵੀ ਨਹੀਂ ਬਣ ਸਕਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਵਨ ਮੂਲ ਤੇ ਕਿਆ ਪ੍ਰਗਟਾਇਆ। ਤੇਰਾ ਮੂਲ ਪਤਾ ਕੀ ਹੈ? ਮਹਾਰਾਜ ਕਹਿੰਦੇ ਨੇ ਤੂੰ ਬੜੇ ਇਸ ਦੇਹੀ ਦੇ ਦਾਅਵੇ ਕਰੀ ਜਾਣਾ ਹੈ। ਤੇਰਾ ਮੂਲ ਮਾਂ ਦੀ ਰਗਤ ਆ, ਪਿਤਾ ਦਾ ਬਿੰਦ ਤੇਰਾ ਮੂਲ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਤੈਨੂੰ ਪਤਾ ਤੂੰ ਪ੍ਰਗਟ ਕਿਵੇਂ ਹੋਇਆ? ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਇਹ ਮਾਂ ਦੇ ਗਰਭ ਦੇ ਵਿੱਚ ਤੈਨੂੰ ਰੱਖਿਆ ਗਿਆ, ਤੇਰੇ ਅੰਦਰ ਸਵਾਸ ਪਾ ਦਿੱਤੇ ਗਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੇ ਮਾਰ ਆਪ ਜੀ ਵਾਲਾ। ਕਹਿੰਦੇ ਨੇ ਆਪੇ ਮਾਰਨ ਵਾਲਾ ਵੀ ਆਪ ਹੈ, ਮਾਰੇ ਰਾਖੇ ਏਕੋ ਆਪ ਮਾਨਕ ਕੇ ਕੁਛ ਨਾਹੀ ਹਾਥ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਪੇ ਹੀ ਤੂੰ ਮਾਰਨ ਵਾਲਾ ਹੈ ਤੇ ਆਪੇ ਹੀ ਤੂੰ ਜਿਵਾਲਣ ਵਾਲਾ ਹੈ। ਜੀਵ ਨੂੰ ਤੂੰ ਆਪੇ ਹੀ ਜਨਮ ਦੇਣਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀਓ ਕਿ ਤੂੰ ਆਪ ਹੀ ਕਿਰਪਾ ਕਰ ਦੇਣਾ ਹੈ ਕਿ ਤੇਰੀ ਕਿਰਪਾ ਦੇ ਨਾਲ ਹੀ ਜੀਵ ਜਗਤ ਵਿੱਚ ਆਉਂਦੇ ਆ, ਪੈਦਾ ਹੁੰਦੇ ਨੇ। ਤੇ ਜਦੋਂ ਤੇਰਾ ਹੁਕਮ ਹੁੰਦਾ ਹੈ ਆਈ ਆਗਿਆ ਪਿਰਹੋਂ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊਠ ਸਦਾਇ ਸ਼ੂਤਰ ਮਾਟੀ ਨਾ ਦੇਖ ਨਾਨਕ ਮਿਥੁਨ ਮੁਹਾਸਾ ਹੈ। ਮਹਾਰਾਜ ਹੁਕਮ ਦੇ ਵਿੱਚ ਜੀਵ ਆਉਂਦਾ ਤੇ ਹੁਕਮ ਦੇ ਵਿੱਚ ਤੁਸੀਂ ਲੈ ਜਾਂਦੇ ਹੋ। ਆਪ ਹੀ ਜੀਵ ਨੂੰ ਤੁਸੀਂ ਮਾਰਦੇ ਹੋ, ਆਪ ਹੀ ਜਿੰਦਾ ਕਰਦੇ ਹੋ, ਆਪ ਹੀ ਤੁਸੀਂ ਜੀਵਨ ਦਿੰਦੇ ਹੋ। ਆਪਣੇ ਭਗਤ ਕੋ ਸਦਾ ਪ੍ਰਤਪਾਲੈ। ਮਾਲਕ ਜੀ ਜਿਹੜੇ ਤੁਹਾਡੇ ਬਣ ਜਾਂਦੇ ਆ ਨਾ, ਤੁਸੀਂ ਉਹਨਾਂ ਦੀ ਸਦਾ ਪ੍ਰਤਪਾਲਨਾ ਕਰਦੇ ਹੋ, ਤੁਸੀਂ ਉਹਨਾਂ ਦੀ ਸਦਾ ਦੇਖਭਾਲ ਕਰਦੇ ਹੋ। ਪ੍ਰਤਪਾਲਨਾ ਦੇ ਅਰਥ ਹੁੰਦੇ ਨੇ ਕਿ ਪਾਲਣ ਪੋਸ਼ਣ ਕਰਨਾ। ਤੁਸੀਂ ਆਪ ਆਪਣੇ ਹੱਥੀਂ ਉਹਨਾਂ ਦਾ ਪਾਲਣ ਪੋਸ਼ਣ ਕਰ ਰਹੇ ਹੋ, ਜਿਵੇਂ ਮਾਂ ਬੱਚੇ ਦਾ ਪੋਸ਼ਣ ਕਰਦੀ ਹੈ ਨਾ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਤੁਸੀਂ ਆਪਣੇ ਭਗਤਾਂ ਦੀ ਪ੍ਰਤਪਾਲਨਾ ਕਰਦੇ ਹੋ। ਸਭ ਕਿਛ ਜਾਣਹੁ ਤਿਸ ਕੈ ਹਾਥ। ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਤ ਸੋਚੋ ਕਿ ਸਾਡੇ ਹੱਥ ਵਿੱਚ ਕੁਛ ਹੈ, ਅਸੀਂ ਕੁਝ ਕਰ ਸਕਦੇ ਹਾਂ। ਹੁਣ ਬੰਦਾ ਤੇ ਦੇਖੋ ਕਹਿੰਦਾ ਨਾ ਕਿ ਅੱਜ ਮੈਂ ਫਲਾਨੀ ਥਾਂ ਤੇ ਜਾਣਾ, ਸਲਾਹ ਵੀ ਕਰ ਲੈਂਦਾ, ਘਰਦਿਆਂ ਨਾਲ ਸਲਾਹ ਕਰਦਾ ਜੀ ਅੱਜ ਮੈਂ ਫਲਾਨੀ ਥਾਂ ਤੇ ਜਾਵਾਂਗਾ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮਤਾ ਕਰੈ ਪੱਛਮ ਕੇ ਤਾਈ ਪੂਰਬ ਹੀ ਲੈ ਜਾਤ। ਬੰਦਾ ਕਹਿੰਦਾ ਮੈਂ ਅੱਜ ਪੱਛਮ ਵਾਲੇ ਪਾਸੇ ਜਾਣਾ ਸੀ, ਨਹੀਂ ਤਾਂ ਕਹਿ ਦਿੱਤਾ ਜੀ ਅੱਜ ਤੇ ਮੈਂ ਅੰਮ੍ਰਿਤਸਰ ਜਾਣਾ ਸੀ, ਤੇ ਤਿਆਰੀ ਪੂਰੀ ਜਾਣ ਲੱਗਿਆ ਤੇ ਕੋਈ ਨਾ ਕੋਈ ਫੋਨ ਆ ਗਿਆ, ਕੋਈ ਸੁਨੇਹਾ ਮਿਲ ਗਿਆ। ਹੁਣ ਅੰਮ੍ਰਿਤਸਰ ਜਾਣ ਦੀ ਥਾਂ ਤੇ ਉਹਨੂੰ ਲੁਧਿਆਣੇ ਜਾਣਾ ਪੈ ਗਿਆ, ਹੁਣ ਟਾਂਡੇ ਜਾਣਾ ਪੈ ਗਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮਤ ਤੂੰ ਸੋਚੀ ਕਿ ਤੇਰੇ ਕੁਛ ਹੱਥ ਦੇ ਵਿੱਚ ਹੈ। ਇਹ ਤਾਂ ਰੱਬ ਨੇ ਕਠਪੁਤਲੀਆਂ ਬਣਾਈਆਂ ਨੇ, ਧਾਗੇ ਬੰਨੇ ਹੋਏ ਨੇ, ਜਿਵੇਂ ਉਹ ਖਿੱਚਦਾ ਹੈ ਨਾ, ਜਿੱਧਰ ਨੂੰ ਖਿੱਚਦਾ ਹੈ।
ਮਹਾਰਾਜ ਕਹਿੰਦੇ ਨੇ ਉਧਰ ਉਧਰ ਹੀ ਜੀਵ ਫਿਰ ਘੁੰਮਦਾ ਫਿਰਦਾ ਹੈ। ਸਤਿਗੁਰ ਕਹਿੰਦੇ ਨੇ ਸਭ ਕੁਛ ਜਾਣ ਹੋ ਤਿਸ ਕੈ ਹਾਥ। ਇਹ ਗੱਲ ਨੂੰ ਸਮਝ ਲਾ, ਇਸ ਗੱਲ ਨੂੰ ਪੱਲੇ ਮੰਨ ਲਾ। ਮਹਾਰਾਜ ਕਹਿੰਦੇ ਨੇ ਉਹ ਰੱਬ ਮਾਲਕ ਦੇ ਹੱਥ ਵਿੱਚ ਸਾਰਾ ਕੁਝ ਹੈ। ਪ੍ਰਭ ਮੇਰੋ ਅਨਾਥ ਕੋ ਨਾਥ। ਜਿਹੜੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਨਾ, ਸਤਿਗੁਰ ਮਹਾਰਾਜ ਕਹਿੰਦੇ ਮੇਰਾ ਮਾਲਕ ਉਹਨਾਂ ਦਾ ਆਸਰਾ ਹੈ। ਸਭ ਦਾ ਆਸਰਾ ਉਹੀ ਆ। ਹੁਣ ਦੇਖੋ, ਬੰਦਾ ਸੋਚ ਲੈ ਕਿ ਸਵਾਸ ਚੱਲਦੇ ਨੇ, ਆਕਸੀਜਨ ਦੇ ਨਾਲ ਜ਼ਿੰਦਗੀ ਚੱਲਦੀ ਪਈ ਆ। ਅਸੀਂ ਇਹੀ ਕਹਿੰਦੇ ਨਾ ਜੀ, ਸਾਡੇ ਸਵਾਸ ਅਸੀਂ ਆਕਸੀਜਨ ਲੈਂਦੇ ਹਾਂ। ਸਾਇੰਸ ਦਾ ਜੇ ਸੂਤਰ ਦੇਖੋਗੇ ਨਾ, ਸਾਇੰਸ ਕਹਿੰਦੀ ਆ ਕਿ ਆਕਸੀਜਨ ਸਾਡੇ ਅੰਦਰ ਜਾਂਦੀ ਹੈ ਅਤੇ ਜਦੋਂ ਅਸੀਂ ਸਾਹ ਬਾਹਰ ਕੱਢਦੇ ਹਾਂ ਤਾਂ ਉਹ ਕਾਰਬਨ ਡਾਈਆਕਸਾਈਡ ਬਣ ਕੇ ਆਉਂਦੀ ਹੈ। ਅਤੇ ਆਕਸੀਜਨ ਤਾਂ ਬੜੀ ਮਿਲ ਜਾਂਦੀ ਹੈ ਨਾ, ਬਾਹਰ ਸਿਲੰਡਰਾਂ ਦੇ ਸਿਲੰਡਰ ਮਿਲ ਜਾਂਦੇ ਨੇ। ਹੌਸਪੀਟਲਾਂ ਦੇ ਵਿੱਚ ਵੀ ਜਦੋਂ ਕਿਸੇ ਨੂੰ ਸਾਹ ਦੀ ਤਕਲੀਫ ਹੁੰਦੀ ਤਾਂ ਕਹਿੰਦੇ ਜੀ ਇਹਨੂੰ ਆਕਸੀਜਨ ਲਾ ਦਿਓ, ਵੈਂਟੀਲੇਟਰ 'ਤੇ ਲਾਓ, ਆਕਸੀਜਨ ਇਹਨੂੰ ਲਾ ਦਿਓ, ਬਨੌਟੀ ਸਾਹ ਦਿੰਦੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਸਾਹ ਵੀ ਤਾਂ ਉਨੀ ਦੇਰ ਤੱਕ ਹੀ ਅੰਦਰ ਜਾਂਦਾ ਹੈ ਨਾ ਜਿੰਨੀ ਦੇਰ ਤੱਕ ਆਤਮਾ ਬੈਠਾ ਹੈ। ਮਰੇ ਬੰਦੇ ਨੂੰ ਕਹਿੰਦੇ ਸਾਹ ਦੇ ਕੇ ਵੇਖੋ, ਹਾਂ ਉਹਨੂੰ ਤੋਰ ਫੇਰ ਸਕਦੇ ਹੋ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮੇਰਾ ਮਾਲਕ ਉਹ ਆਪਣੇ ਹੱਥ ਦੇ ਵਿੱਚ ਉਹਨੇ ਡੋਰ ਰੱਖੀ ਹੈ ਜੀਵਨ ਦੀ। ਦੁੱਖ ਭੰਜਨ ਤਾਂ ਕਾ ਹੈ ਨਾਉ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੁੱਖਾਂ ਨੂੰ ਖਤਮ ਕਰਨ ਵਾਲਾ, ਭੰਜਨ ਦੇ ਅਰਥ ਹੁੰਦੇ ਨੇ ਮੁਕਾਉਣ ਵਾਲਾ। ਕਿ ਮਹਾਰਾਜ ਤੁਹਾਡਾ ਨਾਮ ਜਿਹੜਾ ਹੈ ਉਹ ਦੁੱਖਾਂ ਦਾ ਨਾਸ਼ ਕਰ ਦਿੰਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਖ ਪਾਵਹਿ ਤਿਸ ਕੈ ਗੁਣ ਗਾਉ। ਦੁੱਖ ਜੇ ਮਿਟਨੇ ਨੇ ਤੇ ਸੁੱਖ ਲੈਣੇ ਆ, ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਖ ਪਾਵਹਿ ਤਿਸ ਕੇ ਗੁਣ ਗਾਉ। ਸਤਿਗੁਰੂ ਕਹਿੰਦੇ ਨੇ ਹਰ ਬਿਸਰਤ ਸਦਾ ਖੁਆਰੇ। ਭੁੱਲ ਜਾਣ ਵਾਲਾ ਮਹਾਰਾਜ ਕਹਿੰਦੇ ਨੇ ਹਮੇਸ਼ਾ ਖੁਆਰ ਹੁੰਦਾ, ਦੁਖੀ ਹੁੰਦਾ ਹੈ। ਸੁਖ ਪਾਵੇਂ ਤਿਸਕੇ ਗੁਣ ਗਾਓ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇਹ। ਮਹਾਰਾਜ ਕਹਿੰਦੇ ਸਦਾ ਸਦੀ ਵੀ ਸੁਖ, ਹਮੇਸ਼ਾ ਦਾ ਜੇ ਸੁਖ ਚਾਹੀਦਾ ਤੇ ਕਹਿੰਦੇ ਨੇ ਮਾਲਕ ਦੇ ਗੁਣ ਗਾਇਆ ਕਰ। ਸੁਖ ਪਾਵੇਂ ਤਿਸਕੇ ਗੁਣ ਗਾਓ। ਮਾਲਕ ਦੇ ਗੁਣ ਗਾਉਣ ਕਹਿੰਦੇ ਨੇ ਇਹਦੇ 'ਚੋਂ ਸੁੱਖ ਨਿਕਲ ਕੇ ਆਉਂਦੇ, ਸੁੱਖ ਪ੍ਰਤੀਤ ਹੁੰਦੇ ਨੇ, ਸੁੱਖ ਪ੍ਰਾਪਤ ਹੁੰਦੇ ਆ। ਸੁਨ ਸੁਆਮੀ ਸੰਤਨ ਅਰਦਾਸ। ਸੁਆਮੀ ਦੇ ਅਰਥ ਨੇ ਮਾਲਕ, ਕਿ ਹੈ ਮੇਰੇ ਮਾਲਕ ਜੀ ਤੇਰੇ ਪਿਆਰੇ ਜਿਹੜੇ ਨੇ ਉਹ ਤੈਨੂੰ ਬੇਨਤੀ ਕਰਦੇ ਨੇ। ਅਰਦਾਸ ਦੇ ਅਰਥ ਹੁੰਦੇ ਨੇ ਅਰਜ਼ ਕਰਨੀ, ਅਰਜ਼ਦਾਸ, ਹੱਥ ਜੋੜ ਕੇ ਬੇਨਤੀ ਕਰਨੀ। ਅਰਦਾਸ ਜੋਦੜੀ, ਅੰਜਲੀ, ਅਰਜ਼, ਫਰਿਆਦ, ਤਰਲਾ, ਕੋਈ ਵੀ ਅੱਖਰ ਸ਼ਬਦ ਅਸੀਂ ਵਰਤ ਸਕਦੇ ਹਾਂ। ਅਰਦਾਸ ਇਹ ਹੁੰਦੀ ਹੈ, ਅਰਦਾਸ ਮਨ ਦਾ ਤਰਲਾ ਹੁੰਦਾ ਹੈ, ਮਨ ਦੀ ਵੇਦਨਾ ਹੁੰਦੀ ਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਸੁਣ ਸੁਆਮੀ, ਹੇ ਮੇਰੇ ਮਾਲਕ ਜੀ ਸੁਣੋ। ਕੀ ਸੁਣੋ? ਸੰਤਨ ਅਰਦਾਸ, ਸਾਡੀ ਅਰਦਾਸ, ਸਾਡੀ ਅਰਜ਼ ਨੂੰ ਸੁਣਨਾ ਕਰੋ। ਗੁਰੂ ਸਾਹਿਬ ਜੀ ਮਹਾਰਾਜ ਬੜੀ ਕਿਰਪਾ ਕੀਤੀ ਬਾਣੀ ਦੇ ਵਿੱਚ। ਸਤਿਗੁਰੂ ਮਹਾਰਾਜ ਕਹਿੰਦੇ ਆ ਕਿ ਦੇ ਕੰਨ ਸੁਣੋ ਅਰਦਾਸ ਜੀਓ। ਮਹਾਰਾਜ ਮੈਂ ਤੁਹਾਡੇ ਅੱਗੇ ਬੇਨਤੀ ਕਰਨ ਵਾਸਤੇ ਆਇਆ ਤੇ ਕਿਰਪਾ ਕਰੋ ਕੰਨ ਕਰਕੇ, ਕੰਨ ਲਾਗੇ ਕਰੋ, ਮੈਂ ਤੁਹਾਡੇ ਕੰਨ ਦੇ ਵਿੱਚ ਦੱਸਣਾ ਚਾਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਯਕ ਅਰਜ ਗੁਫਤਮ ਪੇਸਤੋ ਦਰ ਗੋਸ਼ ਪੁੰਨ ਕਰਤਾ। ਗੋਸ਼ ਕਹਿੰਦੇ ਨੇ ਕੰਨਾਂ ਨੂੰ। ਮਹਾਰਾਜ ਤੁਹਾਡੇ ਕੰਨਾਂ ਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹੈ, ਅਰਦਾਸ ਕਹਿਣਾ ਚਾਹੁੰਦਾ, ਬੇਨਤੀ ਕਰਨਾ ਚਾਹੁੰਦਾ। ਇੱਥੇ ਕਿਹੜੀ ਬੇਨਤੀ ਕਰਦੇ ਨੇ ਸਤਿਗੁਰੂ ਮਹਾਰਾਜ? ਕਹਿੰਦੇ ਨੇ ਸੁਣ ਸੁਆਮੀ ਸੰਤਨ ਅਰਦਾਸ। ਸੰਤ ਜਨ ਪਿਆਰਿਆਂ ਦੀ ਅਰਦਾਸ ਬੇਨਤੀ ਸੁਣਨਾ ਕਰੋ। ਜੀਓ ਪ੍ਰਾਨ ਧਨ ਤੁਮਰੇ ਪਾਸ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਜੀਓ, ਇਹ ਜੀਵਨ ਜਿਹੜਾ ਹੈ, ਇਹ ਆਤਮਾ ਜਿਹੜੀ ਹੈ, ਇਹ ਸਰੀਰ ਦੇ ਜਿਹੜੇ ਪ੍ਰਾਣ ਨੇ, ਪ੍ਰਾਣ ਤੋਂ ਭਾਵ ਹੁੰਦਾ ਹੈ ਸਵਾਸ ਅਸੀਂ ਲੈਂਦੇ ਜਿਹੜੇ। ਧਨ, ਜਿਸ ਧਨ ਨੂੰ ਅਸੀਂ ਖਰਚਦੇ ਹਾਂ, ਜਿਸ ਧਨ ਨੂੰ ਅਸੀਂ ਦੌਲਤ ਆਖਦੇ ਹਾਂ, ਸੰਪੱਤੀ ਆਖਦੇ ਹਾਂ, ਤੁਮਰੇ ਪਾਸ। ਇਹਦਾ ਅਸਲ ਦੇ ਵਿੱਚ ਮਾਲਕ ਅਸੀਂ ਨਹੀਂ ਹਾਂ।
ਨਾ ਤਾਂ ਇਸ ਆਤਮੇ ਦੇ ਅਸੀਂ ਮਾਲਕ ਹਾਂ, ਨਾ ਅਸੀਂ ਆਤਮੇ ਦੇ ਵਿੱਚ ਚੱਲਦੇ ਹੋਏ ਸਾਹਾਂ ਦੇ ਅਸੀਂ ਮਾਲਕ ਹਾਂ, ਤੇ ਨਾ ਹੀ ਅਸੀਂ ਧਨ ਜਿਹੜਾ ਵਰਤਦੇ ਆ ਜਾਂ ਜਿਹੜਾ ਅਸੀਂ ਕਹਿੰਦੇ ਆ ਜੀ ਆਹ ਪ੍ਰੋਪਰਟੀ ਮੇਰੀ ਆ, ਮੇਰੇ ਨਾਮ ਤੇ ਬੰਦਾ ਦੱਸਦਾ ਹੈ ਨਾ ਕਈ ਵਾਰੀ, ਦੇਖੋ ਜੀ ਮੈਂ ਇੰਨੀ ਪ੍ਰੋਪਰਟੀ ਬਣਾ ਲਈ, ਇੰਨਾ ਧਨ ਬਣਾਇਆ, ਆਹ ਵੀ ਪਲਾਟ ਮੇਰੇ ਨਾਂ ਤੇ ਆ, ਆਹ ਵੀ ਜ਼ਮੀਨ ਮੇਰੇ ਨਾਂ ਤੇ ਆ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਜੋ ਕੁਛ ਆ ਨਾ, ਇਹ ਸਾਰਾ ਕੁਛ ਪਰਮਾਤਮਾ ਦਾ ਤੇ ਉਹਦੇ ਅੱਗੇ ਅਰਪਣ ਕਰਦੇ। ਮਹਾਰਾਜ ਮੇਰਾ ਨਹੀਂ ਆ ਕੁਝ ਵੀ, ਇਹ ਸਾਰਾ ਕੁਝ ਹੀ ਤੇਰਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀਓ ਤੋਂ ਭਾਵ ਕਿ ਜੀਵ ਆਤਮਾ, ਪ੍ਰਾਣ ਅੰਦਰ ਚੱਲਦੇ ਹੋਏ ਸਾਹ ਤੇ ਧਨ ਸੰਪत्ति ਤੁਮਰੇ ਪਾਸ, ਤੇਰੀ ਦਾਤ ਤੇ ਤੂੰ ਇਸ ਦਾ ਮਾਲਕ ਹੈ। ਇਹ ਜਗ ਤੇਰਾ ਸਭ ਤੁਝੇ ਧਿਆਏ। ਹੁਣ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਰੱਬ ਨੂੰ ਅਸੀਂ ਧਿਆਉਂਦੇ ਹਾਂ। ਇਸਲਾਮ ਵਾਲੇ ਕਹਿੰਦੇ ਆ ਜੀ ਅਸੀਂ ਅੱਲਾਹੂ ਆਖਦੇ ਹਾਂ। ਹਰ ਧਰਮ ਵਾਲਾ ਆਪਣੇ ਹਿਸਾਬ ਨਾਲ ਜਪਦਾ ਹੈ। ਕੋਈ ਰਾਮ ਕਹਿੰਦਾ ਹੈ, ਕੋਈ ਰਹੀਮ ਕਹਿੰਦਾ ਹੈ, ਕੋਈ ਕਬੀਰ ਕਹਿੰਦਾ ਹੈ, ਕਿਸੇ ਨੇ ਕਿਸੇ ਨਾਮ ਦੇ ਨਾਲ ਰੱਬ ਨੂੰ ਜਪਿਆ, ਗੋਬਿੰਦ ਕਿਹਾ, ਮਾਧੋ ਕਿਹਾ। ਸਤਿਗੁਰੂ ਮਹਾਰਾਜ ਤੇਰੇ ਨਾਮ ਅਨੇਕ ਨੇ, ਸਾਡੇ ਤੋਂ ਪਰੇ ਦੀ ਗੱਲ ਹੈ। ਤੈਨੂੰ ਮੰਨਣ ਵਾਲੇ ਵੀ ਬੇਅੰਤ ਨੇ, ਗਿਣਤੀ ਤੋਂ ਪਰੇ ਨੇ। ਮਹਾਰਾਜ ਇਹ ਜਗ ਤੇਰਾ ਸਭ ਤੁਝੇ ਧਿਆਏ। ਇਹ ਜਗਤ ਜਿਹੜਾ ਦਿਸਦਾ ਪਿਆ ਹੈ ਨਾ, ਇਹ ਤੈਨੂੰ ਜਪਦਾ ਪਿਆ ਹੈ। ਤੇ ਮਹਾਰਾਜ ਜਦੋਂ ਕਿਰਪਾ ਕਰਦੇ ਆ ਨਾ, ਕਿਸੇ ਦੇ ਉੱਪਰ ਕਿਰਪਾ ਹੁੰਦੀ ਹੈ, ਸਾਧੂਆਂ ਵਾਲਾ ਜੀਵਨ ਮਿਲਦਾ ਹੈ, ਨਾਮ ਦੀ ਦਾਤ ਜਦੋਂ ਮਿਲ ਜਾਂਦੀ ਹੈ। ਤੇ ਨਾਮ ਦੀ ਦਾਤ ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਨਾਮੀ ਹੁੰਦਾ ਨਾ, ਉਹਦੀ ਆਵਾਜ਼ ਹਰ ਥਾਂ ਤੇ ਸੁਣਨ ਲੱਗ ਪੈਂਦੀ ਆ। ਜਿੱਥੇ ਕਿਤੇ ਵੀ ਜਾਓ ਉੱਥੇ ਹੀ ਸੁਣਨ ਲੱਗ ਪੈਂਦੀ। ਗੁਰੂ ਨਾਨਕ ਦੇਵ ਮਹਾਰਾਜ ਨਾ ਪਾਤਸ਼ਾਹ ਰਜਨੀਸ਼ ਓਸ਼ੋ ਨੇ ਜਦੋਂ ਟੀਕਾ ਕੀਤਾ ਨਾ ਜੀ ਜਪਜੀ ਸਾਹਿਬ ਦਾ, ਤੇ ਉਹਨੇ ਆਰੰਭਤਾ ਦੇ ਵਿੱਚ ਲਿਖਿਆ, ਕਹਿੰਦੇ ਜਪਜੀ ਸਾਹਿਬ ਦੀ ਆਰੰਭਤਾ 'ਚੋਂ ਸ਼ੁਰੂਆਤ ਕਰਦਾ, ਕਹਿੰਦਾ ਕਹਾਣੀ ਇੱਥੋਂ ਸ਼ੁਰੂ ਹੁੰਦੀ ਆ। ਕਹਿੰਦੇ ਤਰਾਟਕਾ ਦੇ ਦਿਨ ਨੇ, ਭਾਦਰੋਂ ਦੇ ਦਿਨ ਆ, ਮੀਂਹ ਪੈ ਕੇ ਹਟਿਆ ਹੈ, ਰਾਤ ਦਾ ਸਮਾਂ ਹੈ ਤੇ ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਸਤਿਗੁਰੂ ਮਹਾਰਾਜ ਜੀ ਦਾ ਜਨਮ ਸਥਾਨ। ਕਹਿੰਦੇ ਨੇ ਹਰ ਘਰ ਦੇ ਵਿੱਚ ਦੀਵੇ ਬੰਦ ਨੇ, ਸਭ ਲੋਕ ਸੁੱਤੇ ਪਏ ਆ। ਇੱਕ ਮਹਿਤਾ ਕਾਲੂ ਦੇ ਘਰ ਦੇ ਵਿੱਚ ਇੱਕ ਦੀਵਾ ਜਗਦਾ ਹੈ, ਚਾਨਣ ਆ, ਰੌਸ਼ਨੀ ਆ ਉੱਥੇ। ਗੁਰੂ ਨਾਨਕ ਦੇਵ ਮਹਾਰਾਜ ਜਾਗਦੇ ਪਏ ਨੇ, ਚਾਨਣ ਆ ਘਰ ਦੇ ਵਿੱਚ। ਮਾਤ ਤ੍ਰਿਪਤਾ ਜੀ ਆਉਂਦੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਹਿੰਦੇ ਨੇ, ਨਾਨਕ ਕੀ ਤੈਨੂੰ ਨੀਂਦ ਨਹੀਂ ਆਉਂਦੀ? ਕਹਿੰਦੇ ਮਾਂ ਬਿਲਕੁਲ ਨਹੀਂ ਆਉਂਦੀ ਪਈ। ਬੇਟਾ ਦੇਖ ਸਾਰਾ ਹੀ ਨਗਰ ਸੁੱਤਾ ਪਿਆ, ਦੇਖ ਕੋਈ ਵੀ ਜਾਗਦਾ ਦਿਸਦਾ, ਤੂੰ ਕਿਉਂ ਬੈਠਾ ਹੋਇਆ? ਕਹਿੰਦੇ ਨੇ ਇੰਨੇ ਨੂੰ ਨਾ ਇੱਕ ਬਬੀਹੇ ਦੀ ਆਵਾਜ਼ ਆਉਂਦੀ ਹੈ, ਬਬੀਹਾ ਬੋਲਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਮਾਂ ਦੇਖ, ਮੈਂ ਇਕੱਲਾ ਨਹੀਂ ਜਾਗਦਾ ਪਿਆ, ਆ ਬਬੀਹਾ ਵੀ ਜਾਗਦਾ ਪਿਆ, ਇਹ ਵੀ ਬੋਲਦਾ ਪਿਆ। ਤੇ ਜਦੋਂ ਉਹਨੂੰ ਪੰਛੀ ਹੋ ਕੇ ਇਸ ਗੱਲ ਦੀ ਸਮਝਿਆ ਕਿ ਮੈਂ ਮਾਲਕ ਨੂੰ ਚੇਤੇ ਕਰਨਾ, ਮੈਂ ਆਪਣੇ ਪ੍ਰੀਤਮ ਨੂੰ ਚੇਤੇ ਕਰਨਾ, ਤੇ ਸਾਨੂੰ ਤੇ ਮਾਲਕ ਨੇ ਮਨੁੱਖਾ ਸਰੀਰ ਦੇ ਦਿੱਤਾ ਨਾ। ਮਹਾਰਾਜ ਇਹ ਜਗਤ ਦੇ ਵਿੱਚ ਜਿਹੜੇ ਵੀ ਪਸ਼ੂ ਨੇ, ਪੰਛੀ ਨੇ, ਹੁਣ ਦੇਖੋ ਤਿੰਨ ਤਰ੍ਹਾਂ ਦੇ ਜੀਵ ਮਿਲਦੇ ਨੇ। ਇੱਕ ਅਸਮਾਨ 'ਚ ਉੱਡਣ ਵਾਲੇ ਮਿਲਦੇ ਆ, ਇੱਕ ਜ਼ਮੀਨ ਦੇ ਉੱਤੇ ਦੌੜਨ ਵਾਲੇ ਮਿਲਦੇ ਆ, ਇੱਕ ਪਾਣੀ 'ਚ ਰਹਿਣ ਵਾਲੇ ਮਿਲਦੇ ਆ। ਉਦਾਹਰਨ ਦੇ ਤੌਰ ਤੇ ਮਹਾਰਾਜ ਨੇ ਤਿੰਨਾਂ 'ਚੋਂ ਇੱਕ ਇੱਕ ਜੀਵ ਲੈ ਲਿਆ। ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ। ਮ੍ਰਿਗ ਕਹਿੰਦੇ ਆ ਹਿਰਨ ਨੂੰ, ਮੀਨ ਕਹਿੰਦੇ ਮੱਛੀ ਨੂੰ, ਤੇ ਪੰਖੇਰੂ ਕਹਿੰਦੇ ਨੇ ਉੜਦੇ ਹੋਏ ਜੀਵ ਨੂੰ। ਇੱਕ ਪਾਣੀ ਵਾਲਾ, ਇੱਕ ਧਰਤੀ ਤੇ ਦੌੜਨ ਵਾਲਾ, ਤੇ ਇੱਕ ਅਸਮਾਨ 'ਚ ਉੱਡਣ ਵਾਲਾ। ਮਹਾਰਾਜ ਆ ਉੱਡਦੇ ਹੋਏ ਜਾਨਵਰ, ਪੰਛੀ ਜਿਹੜੇ ਨੇ, ਦੌੜਦੇ ਹੋਏ ਜਾਨਵਰ ਜਿਹੜੇ ਨੇ, ਪਾਣੀ 'ਚ ਰਹਿੰਦੇ ਹੋਏ ਜੀਵ ਨੇ, ਬਿਨ ਹਰ ਜਾਪਤ ਹੈ ਨਹੀਂ ਹੋਰ। ਜਦੋਂ ਇਹਨਾਂ ਦੀ ਆਵਾਜ਼ ਵੀ ਆਉਂਦੀ ਹੈ ਤੇ ਇਵੇਂ ਲੱਗਦਾ ਹੈ ਕਿ ਮਹਾਰਾਜ ਤੁਸੀਂ ਇਹਨਾਂ ਦੀ ਆਵਾਜ਼ 'ਚ ਬੋਲਦੇ ਪਏ ਹੋ। ਸਭ ਤੁਝੇ ਧਿਆਏ, ਤੈਨੂੰ ਸਾਰੇ ਜਪਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਰ ਕਿਰਪਾ ਨਾਨਕ ਸੁਖ ਪਾਏ। ਅਖੀਰਲੀ ਪੰਕਤੀ 'ਚ ਕਹਿੰਦੇ ਮੇਰੇ ਮਾਲਕ ਜੀ ਤਰਸ ਕਰੋ ਸਾਡੇ 'ਤੇ।
ਕਿਰਪਾ ਕਰੋ, ਦਇਆ ਕਰੋ, ਗੁਰਪ੍ਰਸਾਦ ਕਰੋ, ਤੁਹਾਡਾ ਨਾਮ ਜਪੀਏ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਨਾਮ ਜਪਣ ਨਾਲ ਇਹ ਜਗ ਤੇਰਾ ਸਭ ਤੁਝੇ ਧਿਆਏ। ਜਿਨ੍ਹਾਂ ਜਿਨ੍ਹਾਂ ਨੇ ਧਿਆਇਆ ਤੈਨੂੰ, ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ ਕਰ ਕਿਰਪਾ, ਤੂੰ ਉਹਨਾਂ ਤੇ ਕਿਰਪਾ ਕੀਤੀ। ਫਿਰ ਜਪਣ ਵਾਲੇ ਤੇ ਕਿਰਪਾ ਹੁੰਦੀ ਹੈ ਨਾ, ਜਿਹੜਾ ਚੇਤੇ ਕਰਦਾ ਮਾਲਕ ਨੂੰ। ਜਿਹੜੇ ਭੁੱਲ ਜਾਂਦੇ ਨੇ ਉਹ ਫਿਰ ਦੁਖੀ ਹੋ ਜਾਂਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਮਹਾਰਾਜ ਕਹਿੰਦੇ ਨੇ ਦੁੱਖ ਉਦੋਂ ਲੱਗਦੇ ਪਏ ਨੇ ਜਦੋਂ ਰੱਬ ਨੂੰ ਭੁੱਲੀਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਜਗ ਤੇਰਾ ਸਭ ਤੁਝੇ ਧਿਆਏ, ਕਰ ਕਿਰਪਾ ਨਾਨਕ ਸੁਖ ਪਾਏ। ਫਿਰ ਜਪਣ ਵਾਲਿਆਂ ਦੇ ਉੱਤੇ ਤੂੰ ਕਿਰਪਾ ਕਰਦਾ ਹੈ। ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਫਿਰ ਉਹਨਾਂ ਨੂੰ ਸੁੱਖ, ਸਦੀਵੀ ਸੁੱਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਬਖਸ਼ਿਸ਼ ਕਰਨ। ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਬਚਨ ਚੇਤੇ ਕਰਿਆ ਕਰੀਏ। ਮਹਾਰਾਜ ਕਹਿੰਦੇ ਨੇ ਸੁੱਖ ਚਾਹੀਦੇ ਆ ਤੇ ਕਹਿੰਦੇ ਜਪਿਆ ਕਰ, ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੈ। ਮਾਲਕ ਦੀ ਸ਼ਰਨ ਦੇ ਵਿੱਚ ਆ ਜਾ, ਮਾਲਕ ਦੇ ਚਰਨਾਂ ਵਿੱਚ ਰਹਿ। ਮਹਾਰਾਜ ਕਹਿੰਦੇ ਫਿਰ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ ਜੀ। ਹੋਇਆਂ ਬੇਅੰਤ ਭੁੱਲਾਂ ਦੀ ਖਿਮਾ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।